ਬਿਨਾ ਸੁਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਰਨੇ ਕਾਜ ਜਾਏ ਤਲ ਸੋਨੀ, ਆਯਸ ਦੇਹ ਤਵ ਕੀਰਤ ਨੋਨੀ। ਧਰੁਵ ਸੁਨ ਕੈ ਇਵ ਬਚਨ ਉਚਾਰਾ, ਆਯਸ ਸਦਾ ਤੁਮਹਿ ਕਰਤਾਰਾ। ਕਰਨੇ ਕਾਜ ਜਾਏ ਤਲ ਸੋਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਵਾਜ, ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਬਰਸ ਰਹੀ ਹੈ। ਸੰਧਿਆ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜੇ ਹਨ। ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਪ੍ਰਾਪਤ ਹੋ ਰਿਹਾ। ਸੋ ਆਓ ਗੁਰੂ ਕੇ ਸਿੱਖੋ ਮਾਈ ਭਾਈ, ਸਰਬੱਤ ਗੁਰੂ ਨਾਨਕ ਨੇਵਾ ਨਾਮ ਲੇਵਾ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਇਤਿਹਾਸ ਸੁਣੀਏ ਅਤੇ ਆਪ ਦਾ ਜਨਮ ਸਫਲਿਆਂ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਿਸ ਵਕਤ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਮੇਤ ਦੇਹੀ ਦੇ ਅਕਾਲ ਪੁਰਖ ਦੇ ਸਨਮੁਖ ਗਏ ਤੇ ਅਕਾਲ ਪੁਰਖ ਤੋਂ ਆਗਿਆ ਲੈ ਕੇ ਸੱਚਖੰਡ ਤੋਂ ਹੋ ਕੇ ਜਦੋਂ ਧਰੂ ਲੋਕ ਵਿਖੇ ਆਏ ਹੈ, ਇੱਥੇ ਹੀ ਸਤਿਗੁਰੂ ਜੀ ਆਪ ਦੇ ਦੋਨੋਂ ਸਖੇ ਪਿਆਰੇ ਮਿੱਤਰ ਅਤੇ ਸਿੱਖ ਵੀ ਭਾਈ ਬਾਲਾ ਜੀ ਅਤੇ ਮਰਦਾਨਾ ਜੀ, ਇਹਨਾਂ ਦੋਨਾਂ ਨੂੰ ਛੱਡ ਕੇ ਗਏ ਸੀ। ਹੁਣ ਜਦੋਂ ਸਤਿਗੁਰੂ ਜੀ ਧਰੂ ਲੋਕ ਅੰਦਰ ਵਾਪਸ ਆਏ ਸੱਚਖੰਡ ਤੋਂ ਹੋ ਕੇ, ਧਰੂ ਭਗਤ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ ਕਿ ਇਹ ਸਤਿਗੁਰੂ, ਤੁਸੀਂ ਸੱਚਖੰਡ ਗਏ ਸੀ, ਦੱਸੋ ਖਾਂ ਭਲਾ ਸੱਚਖੰਡ ਕਿਹੋ ਜਿਹਾ ਹੈ, ਉਹਦੀ ਸੁੰਦਰਤਾ ਹੀ ਬਿਆਨ ਕਰੋ। ਅਤੇ ਉਹ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਉਹ ਕਿਹੋ ਜਿਹਾ ਹੈ, ਉਹਦਾ ਸਰੂਪ ਕਿੰਨਾ ਕੁ ਸੋਹਣਾ ਹੈ, ਕੀ ਉਹ ਸਾਡੇ ਵਾਂਗ ਹੀ ਹੈ। ਇਸ ਤਰ੍ਹਾਂ ਭਗਤ ਜੀ ਨੇ ਬੇਨਤੀਆਂ ਕੀਤੀਆਂ ਅਤੇ ਸਤਿਗੁਰੂ ਜੀ ਨੇ ਆਖਿਆ ਕਿ ਇਹ ਭਗਤ ਜੀ, ਤੁਸੀਂ ਤਾਂ ਜਾਣਦੇ ਹੀ ਹੋ, ਜਦੋਂ ਤੁਹਾਨੂੰ ਪਰਮੇਸ਼ਵਰ ਜੀ ਨੇ ਸੋ ਵਿਸ਼ਨੂੰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਸੀ, ਵੈਸੇ ਤਾਂ ਵਾਹਿਗੁਰੂ ਦਾ ਕੋਈ ਸਵਰੂਪ ਨਹੀਂ ਹੈ, ਪਰ ਜਿਹੜਾ ਕੋਈ ਭਾਵਨਾ ਕਰਕੇ ਜਿਹੋ ਜਿਹੇ ਸਰੂਪ ਵਿੱਚ ਦੇਖਣਾ ਚਾਹੁੰਦਾ ਹੈ, ਉਹੋ ਜਿਹਾ ਸਰੂਪ ਪਰਮੇਸ਼ਰ ਧਾਰ ਕੇ ਦਰਸ਼ਨ ਦੇ ਦਿੰਦੇ ਹੈ। ਇਸ ਕਰਕੇ ਉਹਦਾ ਆਪ ਦਾ ਕੋਈ ਨਿੱਜੀ ਵੱਖ ਸਰੂਪ ਨਹੀਂ ਹੈ, ਬਲਕਿ ਉਹ ਸਰਵ ਵਿਆਪਕ ਹੈ। ਸਾਰੀ ਸ੍ਰਿਸ਼ਟੀ ਉਹਦੀ ਹੋਂਦ ਮੌਜੂਦਗੀ ਦੀ ਨਿਸ਼ਾਨੀ ਹੈ। ਉਹ ਐਸਾ ਸੁੰਦਰ ਸਰੂਪ ਵਾਲਾ ਹੈ ਕਿ ਕਰੋੜਾਂ ਅਰਬਾਂ ਸੂਰਜ ਚੰਦਰਮਾ ਜੇਕਰ ਇਹਨਾਂ ਦੀ ਰੋਸ਼ਨੀ ਨੂੰ ਮਿਲਾ ਲਈਏ ਤੇ ਇੱਕ ਨੌ ਬਰਾਬਰ ਵੀ ਵਾਹਿਗੁਰੂ ਦੀ ਮਹਿਮਾ ਦੇ ਤੁਲ ਨਹੀਂ ਹੈ। ਸੋ ਇੰਨਾ ਉਹਨਾਂ ਦਾ ਪ੍ਰਕਾਸ਼ ਸੁੰਦਰ ਹੈ। ਲੱਖਾਂ ਕਰੋੜਾਂ ਕਾਮਦੇਵ ਜੇਕਰ ਉਹਨਾਂ ਦੀ ਸੁੰਦਰਤਾ ਮਿਲਾ ਲਈਏ ਫਿਰ ਵੀ ਵਾਹਿਗੁਰੂ ਦੇ ਤੁਲ ਨਹੀਂ ਹੈ। ਸੋ ਸਭਨਾਂ ਨਾਲੋਂ ਸੁੰਦਰ ਸਵਰੂਪ ਵਾਲਾ ਵਾਹਿਗੁਰੂ ਹੈ, ਪਰ ਉਹ ਇਸ ਤਰ੍ਹਾਂ ਦਰਸ਼ਨ ਨਹੀਂ ਦਿੰਦੇ ਹੈ। ਜਿਹੋ ਜਿਹੀ ਭਾਵਨਾ ਕਰਾਂਗੇ ਇਹੋ ਜਿਹਾ ਉਹ ਸਰੂਪ ਪ੍ਰਗਟ ਕਰਕੇ ਸਾਨੂੰ ਦਰਸ਼ਨ ਦੇ ਦਿੰਦੇ ਹੈ। ਇਹ ਸੁਣ ਕੇ ਧਰੂ ਭਗਤ ਪਰਮੇਸ਼ਵਰ ਦੇ ਐਸੇ ਉਸਤਤ ਨੂੰ ਸੁਣ ਕੇ ਮਸਤ ਹੋ ਗਏ ਅਤੇ ਕਹਿ ਰਹੇ ਆ, ਭਗਤ ਜੀ ਮਹਾਰਾਜ ਤੁਸੀਂ ਇਸੇ ਤਰ੍ਹਾਂ ਵਾਹਿਗੁਰੂ ਦੇ ਗੁਣ ਸਾਨੂੰ ਸੁਣਾਈ ਜਾਓ ਅਤੇ ਅਸੀਂ ਗੁਣਾਂ ਨੂੰ ਸੁਣ ਸੁਣ ਕੇ ਨਿਹਾਲ ਹੋ ਰਹੇ ਹਾਂ। ਕਿਸੇ ਆਦਮੀ ਦਾ ਇਹ ਸਵਾਲ ਹੋਇਆ
ਵੀ ਜੇ ਵਾਹਿਗੁਰੂ ਦੇ ਗੁਣ ਵਰਣਨ ਹੀ ਨਹੀਂ ਹੋ ਸਕਦੇ, ਕਿਉਂਕਿ ਉਹ ਅਨੂਪਮ ਹੈ, ਉਪਮਾ ਤੋਂ ਰਹਿਤ। ਜੇ ਉਹ ਵਰਣਨ ਹੀ ਨਹੀਂ ਹੋ ਸਕਦਾ, ਜੇ ਉਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ, ਫਿਰ ਕਹਿਣ ਦਾ ਫਾਇਦਾ ਕੀ। ਅਤੇ ਸਤਿਗੁਰੂ ਜੀ ਨੇ ਜਪਜੀ ਸਾਹਿਬ ਅੰਦਰ ਕਿਹਾ ਹੈ ਨਾ ਕਿ ਅਮੁੱਲ ਅਮੁੱਲ ਆਖਿਆ ਨਾ ਜਾਏ। ਹੈ ਤੇ ਅਮੁੱਲ ਕਹਿ ਆਖਿਆ ਤੇ ਨਹੀਂ ਜਾਂਦਾ, ਪਰ ਜੋ ਆਖ ਆਖ ਰਹੇ ਲਿਵਲਾਏ। ਜਿਹੜਾ ਆਖਦਾ ਉਹਦੇ ਆਖਣ ਦਾ ਇਹ ਪ੍ਰਯੋਜਨ ਸਿੱਧ ਹੋ ਜਾਂਦਾ ਕਿ ਉਹਦੀ ਲਿਵ ਜੁੜ ਜਾਂਦੀ ਹੈ। ਸੋ ਉਹਨੂੰ ਅਨੁਭੂਤੀ ਹੋ ਜਾਂਦੀ, ਅਨੁਭਵ ਹੋ ਜਾਂਦਾ, ਸਾਖਸ਼ਾਤ ਸਰੂਪ ਦਿਸ ਜਾਂਦਾ। ਇਹ ਗੁਰੂ ਦੀ ਕਿਰਪਾ ਵਰਤ ਜਾਂਦੀ ਉਸ 'ਤੇ। ਇਸ ਤਰ੍ਹਾਂ ਜਦੋਂ ਬਚਨ ਵਿਲਾਸ ਕਰਦਿਆਂ ਸਤਿਗੁਰੂ ਜੀ ਨੇ ਧਰੂ ਜੀ ਨੂੰ ਆਖਿਆ ਕਿ ਇਹ ਭਗਤ ਜੀ ਚਿੱਤ ਤੇ ਨਹੀਂ ਕਰਦਾ ਤੁਹਾਡੇ ਕੋਲੋਂ ਜਾਣ ਨੂੰ, ਪਰ ਮਾਤ ਲੋਕ ਵਿੱਚ ਇੰਨੇ ਜ਼ਿਆਦਾ ਲੋਕ ਦੁਖੀ ਹੈ, ਕਲਪ ਰਹੇ ਹੈ ਮਾਇਆ ਦੀ ਐਸੀ ਝੱਲ ਦੇ ਵਿੱਚ, ਅਤੇ ਸਾਨੂੰ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਧਰੂ ਭਗਤ ਨੂੰ ਇਹ ਕਹਿ ਕੇ ਉੱਥੋਂ ਆਗਿਆ ਲਈ ਹੈ। ਉਹ ਵਾਰਤਾ ਜਿਵੇਂ ਆ ਰਹੀ ਹੈ, ਕਵੀ ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤਾ ਹੈ। ਆਓ ਬੜੇ ਪ੍ਰੇਮ ਨਾਲ ਸਰਵਣ ਕਰੀਏ। ਇੱਕ ਦਫਾ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਪ੍ਰੇਮ ਨਾਲ ਸਤਿਗੁਰਾਂ ਦੇ ਚਰਨ ਸਪਰਸ਼ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਨੇ ਕਾਜ ਜਾਏ ਤਲ ਸੋਨੀ। ਧਰੂ ਭਗਤ ਜੀ ਨੇ ਸਤਿਗੁਰੂ ਜੀ ਨੂੰ ਆਖਿਆ ਕਿ ਮਹਾਰਾਜ ਕੁਝ ਸਮਾਂ ਹੋਰ ਠਹਿਰ ਜਾਓ, ਕੁਝ ਪਹਿਰ ਕੁਝ ਘੜੀਆਂ ਹੋਰ ਇੱਥੇ ਰਹੋ। ਮਹਾਰਾਜ ਤੁਹਾਡੇ ਦਰਸ਼ਨ ਦੇਖ ਦੇਖ ਕੇ ਮਹਾਰਾਜ ਇੱਦਾਂ ਜੀ ਕਰਦਾ ਜਿਵੇਂ ਚਕੋਰ ਚੰਦਰਮਾ ਨੂੰ ਦੇਖਦੀ ਹੈ ਨਾ, ਅਤੇ ਦੇਖ ਕੇ ਉਹਦੇ ਸਾਰੇ ਦੁੱਖ ਦੂਰ ਹੁੰਦੇ ਹੈ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਖਿਲਦਾ ਹੈ, ਇਉਂ ਧਰੂ ਭਗਤ ਸਤਿਗੁਰਾਂ ਨੂੰ ਦੇਖ ਦੇਖ ਕੇ ਅਤੇ ਉਹਨਾਂ ਦੇ ਨੇਤਰਾਂ ਵਿੱਚੋਂ ਵੈਰਾਗ ਆ ਰਿਹਾ ਹੈ, ਕਿਉਂਕਿ ਸਰੂਪ ਹੀ ਇਹੋ ਜਿਹਾ ਹੈ ਜੋ ਦੇਖਦਿਆਂ ਸਾਰੀ ਆਨੰਦ ਬਣ ਜਾਂਦਾ ਹੈ। ਪਰ ਸਤਿਗੁਰੂ ਕਹਿਣ ਲੱਗੇ ਆ ਧਰੂ ਜੀ ਹੁਣ ਸਾਨੂੰ ਜਾਣਾ ਪੈਣਾ। ਕਿਉਂ ਜਾਣਾ ਪੈਣਾ? ਕਿਉਂਕਿ ਹਲੇ ਧਰਤੀ ਉੱਪਰ ਬੜੇ ਕਾਰਜ ਕਰਨੇ ਨੇ, ਹਲੇ ਤਾਂ ਸੱਚੇ ਨਾਮ ਦਾ ਹੋਕਾ ਹੋਰ ਦੇਣਾ ਹੈ। ਇਹ ਪ੍ਰਭੂ ਪਿਆਰੇ ਦੀ ਨਿਸ਼ਾਨੀ ਹੈ। ਜਿਹਨੇ ਕੁਛ ਪਾਇਆ ਹੈ ਨਾ, ਉਹ ਫਿਰ ਚੁੱਪ ਨਹੀਂ ਬੈਠਦਾ ਹੈ, ਉਹ ਘਰ ਵਿੱਚ ਨਹੀਂ ਫਿਰ ਬੈਠਦਾ, ਉਹ ਫਿਰ ਜੋ ਉਸਨੇ ਜਾਣਿਆ ਉਹ ਫਿਰ ਦੱਸਦਾ ਹੈ। ਸਤਿਗੁਰੂ ਕਹਿਣ ਲੱਗੇ ਹੁਣ ਸਾਡੇ ਕੋਲ ਰਿਹਾ ਨਹੀਂ ਜਾਂਦਾ ਹੈ। ਜਿਹੜਾ ਆਨੰਦ ਆਪਾਂ ਜਾਣਿਆ ਹੈ ਉਹ ਅਸੀਂ ਲੋਕਾਂ ਨੂੰ ਵੀ ਦੱਸਾਂਗੇ। ਜਿਹੜੇ ਭੁੱਲੇ ਹੈ, ਦੁੱਖ ਵਿੱਚ ਆਪ ਦੇ ਆਪ ਵਿੱਚ ਭਰਮੇ ਹੈ, ਉਹਨਾਂ ਨੂੰ ਅਸੀਂ ਸੱਚੇ ਨਾਮ ਦੇ ਵਿੱਚ ਲਾਵਾਂਗੇ। ਇਸ ਕਰਕੇ ਸਾਨੂੰ ਜਾਣਾ ਪੈਣਾ। ਆਇਸ ਦੇਹੋ ਤਵ ਕੀਰਤ ਨੋਨੀ। ਐ ਧਰੂ ਜੀ ਸਾਨੂੰ ਆਗਿਆ ਦਿਓ, ਅਸੀਂ ਹੁਣ ਇੱਥੋਂ ਜਾਣਾ ਹੈ। ਤੁਹਾਡੀ ਤਾਂ ਮਹਿਮਾ ਬੜੀ ਸੁੰਦਰ ਹੈ, ਕਿਉਂਕਿ ਤੁਸੀਂ ਭਗਤੀ ਵਿੱਚ ਲੀਨ ਹੋਏ ਹੋ, ਪਰ ਜਿਸ ਅਵਸਥਾ ਵਿੱਚ ਤੁਸੀਂ ਪਹੁੰਚੇ ਹੋ ਉਸ ਅਵਸਥਾ ਵਿੱਚ ਅਸੀਂ ਚਾਹੁੰਦੇ ਸਭਨਾਂ ਨੂੰ ਉਸ ਅਵਸਥਾ, ਉਸ ਮੰਜ਼ਿਲ ਤੱਕ ਅਪੜਾ ਲਈਏ। ਕਿਉਂਕਿ ਪ੍ਰਭੂ ਪਿਆਰੇ ਅਵਤਾਰ ਪੈਗੰਬਰ, ਉਹਨਾਂ ਦੀ ਤਮਾ ਹੀ ਇਹੋ ਹੁੰਦੀ ਹੈ ਕਿ ਜੋ ਆਪ ਪਾਇਆ ਹੈ ਉਹ ਵੰਡ ਦੇਵਾਂ ਮੈਂ। ਸੰਸਾਰੀ ਦੀ ਨਿਸ਼ਾਨੀ ਕੀ ਹੈ? ਜੋ ਪਾਇਆ ਹੈ ਉਹਨੂੰ ਲੁਕਾ ਲਵਾਂ, ਖੋਹ ਲਵਾਂ ਸਾਰਾ ਕੁਛ। ਪਰ ਅਵਤਾਰ ਦੀ ਸੰਤ ਦੀ ਨਿਸ਼ਾਨੀ ਕੀ ਹੈ? ਜੋ ਪਾਇਆ ਹੈ ਲੁਟਾ ਦੇਵਾਂ, ਕਿਉਂਕਿ ਪ੍ਰੇਮ ਉਹਦੇ ਵਿੱਚ ਇਹੋ ਜਿਹਾ ਉਜਵਲ ਹੋ ਜਾਂਦਾ ਹੈ। ਪ੍ਰੇਮ ਕਰਕੇ ਉਹ ਸਭ ਕੁਛ ਲੁਟਾਉਣਾ ਚਾਹੁੰਦਾ ਹੈ। ਜੋ ਆਨੰਦ ਬਣਿਆ ਉਹ ਹੋਰਾਂ ਨੂੰ ਦੇਣਾ ਚਾਹੁੰਦੇ ਹੈ। ਸਤਿਗੁਰੂ ਕਹਿ ਰਹੇ ਹੈ, ਐ ਧਰੂ ਜੀ ਹੁਣ ਸਾਨੂੰ ਆਗਿਆ ਦਿਓ। ਧੁਵ ਸੁਣ ਕੇ ਇਵ ਬਚਨ ਉਚਾਰਾ। ਧਰੂ ਭਗਤ ਸੁਣ ਕੇ ਮਹਾਰਾਜ ਦੇ ਐਸੇ ਬਚਨ ਤੇ ਕਹਿਣ ਲੱਗਾ, ਆਇਸ ਸਦਾ ਤੁਮਹੇ ਕਰਤਾਰਾ। ਐ ਭਗਵਾਨ ਜੀ, ਐ ਪਰਮੇਸ਼ਵਰ ਜੀ, ਤੁਸੀਂ ਤੇ ਸਾਖਸ਼ਾਤ ਪਰਮੇਸ਼ਰ ਦਾ ਸਰੂਪ ਹੋ। ਗੁਰੂ ਨਾਨਕ ਦੇਵ ਜੀਓ, ਤੁਹਾਨੂੰ ਤੇ ਸਦਾ ਹੀ ਆਗਿਆ ਹੈ ਸਾਡੀ। ਮਹਾਰਾਜ ਤੁਸੀਂ ਜੋ ਚਾਹੋ ਕਰ ਸਕਦੇ ਹੋ, ਅਸੀਂ ਭਲਾ ਤੁਹਾਨੂੰ ਕੌਣ ਹਾਂ ਰੋਕਣ ਵਾਲੇ। ਮਹਾਰਾਜ ਅਵੱਛ ਜਾਓ ਤੁਸੀਂ, ਸਭ ਤੁਹਾਡਾ ਹੀ ਹੁਕਮ ਚੱਲਦਾ ਪਿਆ ਹੈ। ਇਉਂ ਕਹਿ ਕੇ ਧਰੂ ਜੀ ਨੇ ਸਤਿਗੁਰਾਂ ਨੂੰ ਵਿਦਾ ਕੀਤਾ। ਵਿਚਰੋ ਜਹ ਇੱਛਾ ਉਰ ਤੇਰੇ। ਧਰੂ ਜੀ ਕਹਿਣ ਲੱਗੇ, ਮਹਾਰਾਜ ਜਿੱਥੇ ਚਾਹੋ ਤੁਸੀਂ ਵਿਚਰਨ ਕਰੋ, ਤੁਹਾਡੀ ਇੱਛਾ ਹੀ ਆ ਸਭਨਾ ਥਾਵਾਂ 'ਤੇ। ਤੁਹਾਡੇ ਹੁਕਮ ਤੋਂ ਬਿਨਾਂ ਕੁਛ ਹੋ ਨਹੀਂ ਸਕਦਾ।
ਇਸ ਕਰਕੇ ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਕਰੋ, ਕਲ ਮੁਲ ਨਾ ਸਹਿ ਦਰਸ਼ਨ ਹੇਰੇ। ਪਰ ਸਤਿਗੁਰੂ ਜੀ ਮੇਰੀ ਬੇਨਤੀ ਹੈ, ਤੁਸੀਂ ਜਲਦੀ ਜਲਦੀ ਇੱਥੇ ਆ ਜਾਇਆ ਕਰੋ ਅਤੇ ਸਾਨੂੰ ਦਰਸ਼ਨ ਦੇ ਦਿਆ ਕਰੋ ਮਹਾਰਾਜ। ਤੁਹਾਡੇ ਦਰਸ਼ਨ ਦੇਖ ਦੇਖ ਕੇ ਤੇ ਮਹਾਰਾਜ ਸਾਰੇ ਪਾਪ ਦੂਰ ਹੁੰਦੇ ਹੈ। ਮਹਾਰਾਜ ਤੁਸੀਂ ਕਿਰਪਾ ਕਰੋ, ਜਲਦੀ ਜਲਦੀ ਸਾਨੂੰ ਦਰਸ਼ਨ ਦੇ ਦਿਆ ਕਰੋ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਉਦੋਂ ਆ ਜਾਇਆ ਕਰਾਂਗੇ। ਇਉਂ ਕਹਿ ਕੇ ਕਰੀ ਪਰਸਪਰ ਤਬ ਹੀ ਬੰਧਨ। ਇਸ ਤਰ੍ਹਾਂ ਕਹਿ ਕੇ ਆਪਸ ਵਿੱਚ ਬੰਧਨਾ ਕੀਤੀ ਹੈ। ਉਹ ਪਰਮੇਸ਼ਵਰ ਸਰੂਪ ਜਾਣ ਕੇ ਸਤਿਗੁਰਾਂ ਅੱਗੇ ਝੁਕਦੇ ਹੈ ਅਤੇ ਸਤਿਗੁਰੂ ਪ੍ਰਭੂ ਦੇ ਪਿਆਰੇ ਜਾਣ ਕੇ ਉਹਨਾਂ ਨੂੰ ਨਮਸਕਾਰ ਕਰਦੇ ਹੈ। ਦੋਨਾਂ ਵਿੱਚ ਬੜਾ ਪ੍ਰੇਮ, ਦਹਤੇ ਗਮਨੇ ਦੋਖ ਨਿਕੰਦਨ। ਇੱਦਾਂ ਕਹਿੰਦੇ ਹੋਏ ਬਚਨ ਵਿਲਾਸ ਕਰਦਿਆਂ ਸਤਿਗੁਰੂ ਜੀ ਧਰੂ ਲੋਕ ਤੋਂ ਮਾਤ ਲੋਕ ਵੱਲ ਆ ਰਹੇ ਹਨ। ਸੁਣ ਕਿਤਕ ਦੂਰ ਤਬ ਹੀ ਚੱਲ ਆਏ। ਕਹਿੰਦੇ ਇੱਦਾਂ ਹੁਣ ਸਤਿਗੁਰੂ ਜੀ ਵਿੱਚ ਤਮਾਮ ਅਜ਼ਮਤਾਂ ਨੇ, ਸ਼ਕਤੀਆਂ ਨੇ, ਔਰ ਉਹ ਸ਼ਕਤੀ ਆਪ ਮੁਹਾਰੇ ਵਰਤੀ ਜਾਂਦੀ ਹੈ। ਕਿਉਂਕਿ ਜਦੋਂ ਬੰਦਾ ਉਸ ਖੇਡ ਵਿੱਚ ਆ ਜਾਂਦਾ ਹੈ ਉਦੋਂ ਕਿਸੇ ਚੀਜ਼ ਦੀ ਇੱਛਾ ਕਰਨ ਦੀ ਲੋੜ ਨਹੀਂ ਹੈ, ਜੋ ਹੋਣਾ ਉਹ ਹੋ ਹੀ ਜਾਂਦਾ ਹੈ। ਸੋ ਪ੍ਰਭੂ ਪਰਮੇਸ਼ਵਰ ਜੀ ਨੇ ਐਸੀ ਕਲਾ ਸਤਿਗੁਰਾਂ ਵਿੱਚ ਪਾਈ ਹੋਈ। ਸੋ ਬੜੀ ਛੇਤੀ ਨਾਲ ਸ਼ੀਧਰ ਹੀ ਇੱਕ ਲੰਮਾ ਪੈਂਡਾ ਕਰਕੇ ਤੇ ਕਿਤੇ ਆ ਗਏ। ਮਰਦਾਨੇ ਤਬ ਬੈਨ ਅਲਾਏ। ਮਰਦਾਨਾ ਜੀ ਸਤਿਗੁਰਾਂ ਦੇ ਨਾਲ ਹੈ, ਜੋ ਮਹਾਨ ਸੰਤ ਹੈ, ਬੜੀ ਉੱਚੀ ਅਵਸਥਾ ਵਾਲੇ ਹੈ। ਕਿਉਂਕਿ ਵਡਭਾਗਾ ਹੈ ਜਿਸ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੈ ਅਤੇ ਸੰਗਤ ਕੀਤੀ ਹੈ। ਸਤਿਗੁਰਾਂ ਦੇ ਤਾਈ ਮਰਦਾਨਾ ਜੀ ਕਹਿਣ ਲੱਗੇ, ਸੁਣੋ ਜੇਤੇ ਨਵ ਚਰ ਹੈ ਨਵ ਮਾਹੀ। ਹੁਣ ਭਾਈ ਮਰਦਾਨਾ ਜੀ ਜੋ ਕਹਿ ਰਹੇ ਹੈ ਸੋ ਉਹ ਸਾਡੀ ਸੋਚ ਸਮਝ ਤੋਂ ਪਰੇ ਦੀ ਗੱਲ ਹੈ। ਕਿਉਂਕਿ ਜ਼ਰੂਰੀ ਨਹੀਂ ਹੈ ਜੋ ਦਿਸਦਾ ਹੈ ਉਹੋ ਹੀ ਹੈ, ਜੋ ਨਹੀਂ ਦਿਸਦਾ ਸ਼ਾਇਦ ਹੋਵੇ ਨਾ। ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹੈ ਜੋ ਦਿਸਦੀਆਂ ਨਹੀਂ ਪਰ ਹੈ, ਮੌਜੂਦ ਹੈ, ਪਰ ਉੱਥੋਂ ਤੱਕ ਸਾਡੀ ਨਿਗਾਹ, ਸਾਡੀ ਦ੍ਰਿਸ਼ਟੀ ਨਹੀਂ ਅਪੜਦੀ ਹੈ। ਹੁਣ ਕੁਝ ਚੀਜ਼ਾਂ ਹੁਣ ਮਾਈਕਰੋਸਕੋਪ ਦੁਆਰਾ ਦੇਖੀਆਂ ਜਾਂਦੀਆਂ ਨੇ, ਉਹ ਸਾਡੀ ਅੱਖਾਂ ਦੁਆਰਾ ਨਹੀਂ ਦੇਖੀਆਂ ਜਾਂਦੀਆਂ। ਪਰ ਇਸ ਤੋਂ ਵੀ ਸੂਖਸ਼ਮ ਚੀਜ਼ਾਂ ਹੈ ਜੋ ਵਿਗਿਆਨ ਦੁਆਰਾ ਵੀ ਨਹੀਂ ਦੇਖੀਆਂ ਜਾਂਦੀਆਂ। ਭਾਈ ਮਰਦਾਨਾ ਜੀ ਦੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹ ਐਸਾ ਆਨੰਦ ਦਿਖਾ ਰਹੇ ਹੈ, ਜਿਸ ਤੋਂ ਮਰਦਾਨਾ ਜੀ ਕਹਿ ਰਹੇ ਹੈ, ਮਹਾਰਾਜ ਜਿੰਨੇ ਇਸ ਆਕਾਸ਼ ਵਿੱਚ ਹੋਰ ਮੰਡਲ ਨੇ, ਹੋਰ ਬ੍ਰਹਿਮੰਡ ਨੇ, ਜਿਤਨੇ ਵੀ ਹਨ, ਧਰੁਵ ਮੰਡਲ ਸਭ ਤੇ ਉਰਧਾਹੀ। ਕਹਿਣ ਲੱਗੇ ਮੈਨੂੰ ਇੰਝ ਲੱਗਦਾ ਹੈ ਵੀ ਧਰੁਵ ਭਗਤ ਦਾ ਲੋਕ ਸਾਰੇ ਮੰਡਲਾਂ ਨਾਲੋਂ ਉੱਚਾ ਹੈ। ਅਤੇ ਵੈਸੇ ਵੀ ਗੁਰਮੁਖ ਪਿਆਰੇ ਸੰਤ ਜਨ ਜਿਹੜੇ ਕੁਝ ਅਭਿਆਸੀ ਹੈ ਉਹ ਇਹ ਗੱਲ ਦੱਸਦੇ ਹੈ ਕਿ ਧਰੁਵ ਜੀ ਦਾ ਜੋ ਲੋਕ ਹੈ ਇਹ ਸੱਚਖੰਡ ਦੇ ਦਰਮਿਆਨ ਦਰਵਾਜ਼ੇ 'ਤੇ ਹੀ ਹੈ। ਸੋ ਇਹ ਮੋਟੀ ਸਾਰੀ ਗੱਲ ਤਾਂ ਕਹਿੰਦੇ ਹਾਂ ਕਿਉਂਕਿ ਸਾਰੀ ਗੱਲ ਜੇਕਰ ਗਾਥਾ ਬਿਆਨ ਕਰੀਏ ਜੋ ਜਿਨ੍ਹਾਂ ਨੇ ਜਾਣਿਆ ਉਹ ਸਿੱਧਾ ਦੱਸੇ ਅਤੇ ਸਮਝ ਵਿੱਚ ਨਹੀਂ ਆਵੇਗਾ। ਇਸ ਕਰਕੇ ਉਦਾਹਰਨਾਂ ਦੇ ਦੇ ਕੇ ਦੱਸਣਾ ਪੈਂਦਾ ਹੈ। ਵਾਸਤਵ ਵਿੱਚ ਜੋ ਦੇਖਿਆ ਹੈ ਉਹ ਤਾਂ ਬਿਆਨ ਨਹੀਂ ਹੁੰਦਾ ਹੈ, ਪਰ ਉਸ ਨੂੰ ਹੁਣ ਕਿਸੇ ਉਦਾਹਰਨਾਂ ਮਾਤਰ ਦੱਸਿਆ ਜਾਂਦਾ ਹੈ। ਜਿਵੇਂ ਉਬੋਧਘਾਤ ਕਿਹਾ ਜਾਂਦਾ ਹੈ। ਹੁਣ ਕਿਸੇ ਆਦਮੀ ਨੂੰ ਕੋਈ ਗੱਲ ਦੱਸਣੀ ਹੈ ਅਤੇ ਫਿਰ ਉਦਾਹਰਨਾਂ ਦੇ ਕੇ ਦੱਸਣੀ ਪੈਂਦੀ ਹੈ। ਮੰਨ ਲਓ ਕਿਸੇ ਦੇ ਘਰ ਕੋਈ ਬੰਦਾ ਲੱਸੀ ਲੈਣ ਗਿਆ ਹੈ ਅਤੇ ਹੁਣ ਸਿੱਧਾ ਜਾ ਕੇ ਗੱਲ ਕਰੇ ਕਿ ਮੈਨੂੰ ਲੱਸੀ ਚਾਹੀਦੀ ਹੈ, ਅਗਲੇ ਨੇ ਸਾਫ਼ ਮਨ੍ਹਾ ਕਰਨਾ, ਫਿਰ ਉਹਨੂੰ ਗੱਲ ਭਰਮਾ ਕੇ ਕਰਨੀ ਪਏਗੀ। ਪਹਿਲਾਂ ਪੁੱਛੇਗਾ ਤੁਸੀਂ ਗਊ ਰੱਖੀ ਹੈ, ਉਹਨੇ ਆਖਣਾ ਹਾਂਜੀ ਰੱਖੀ ਹੈ। ਦੁੱਧ ਦਿੰਦੀ ਹੈ, ਹਾਂਜੀ ਦਿੰਦੀ ਹੈ, ਫਿਰ ਤਾਂ ਲੱਸੀ ਵੀ ਹੋਏਗੀ, ਫਿਰ ਉਹ ਮੁੱਕਰ ਨਹੀਂ ਸਕੇਗਾ। ਇਸ ਤਰ੍ਹਾਂ ਉਬੋਧਘਾਤ ਸਿੱਧਾ ਹੀ ਜਾ ਕੇ ਕਿਸੇ ਨੂੰ ਇਹ ਗੱਲ ਕਹੀਏ ਪਰਮੇਸ਼ਰ ਤਾਂ ਨਿਰੰਕਾਰ ਹੈ, ਉਹ ਦਿਸਦਾ ਹੀ ਨਹੀਂ, ਅਤੇ ਕੋਈ ਮੰਨੇਗਾ ਕਿਵੇਂ, ਸਮਝ ਨਹੀਂ ਆਵੇਗੀ। ਪਰ ਉਸ ਨੂੰ ਸਮਝਾਉਣ ਵਾਸਤੇ ਇਹ ਗੁਰਮੁਖਾਂ ਦਾ ਕੁਝ ਇਹੋ ਜਿਹਾ ਤਰੀਕਾ ਹੈ। ਦੱਸਦੇ ਹੈ ਕਿ ਧਰੁਵ ਦਾ ਜੋ ਲੋਕ ਹੈ ਸਭਨਾਂ ਨਾਲੋਂ ਉੱਚਾ, ਭੂਤਲ ਤੇ ਊਰਦ ਨਭ ਮਾਹੀ। ਭੂਤਲ ਭਾਵ ਪ੍ਰਿਥਵੀ ਤੋਂ, ਊਰਦ ਹੈ ਜੇਤੋ, ਸੋ ਪ੍ਰਿਥਵੀ ਤੋਂ ਸਭ ਤੋਂ ਉੱਚਾ ਧਰੁਵ ਦਾ ਮੰਡਲ ਦੱਸਦੇ ਹਨ। ਬੁਝੈ ਬਤਾਵੋ ਸ਼੍ਰੀ ਪ੍ਰਭ ਤੇਤੋ। ਐ ਸ਼੍ਰੀ ਪ੍ਰਭੂ ਜੀ ਗੁਰੂ ਨਾਨਕ ਦੇਵ ਜੀ ਮੇਰੇ ਤਾਈਂ ਕਿਰਪਾ ਕਰਕੇ ਇਹ ਸਾਰੀ ਮਹਿਮਾ ਜੋ ਹੈ ਉਹ ਵਰਣਨ ਕਰੋ, ਦੱਸੋ। ਕੀ ਪੁੱਛਦਾ ਹਾਂ ਹਮ ਸੇ ਅਲਪਨ ਕੋ ਇਹ ਥਾਨਾ। ਮਹਾਰਾਜ ਹੁਣ ਅਸੀਂ ਮਾਤ ਲੋਕ ਨੂੰ ਜਾ ਰਹੇ ਹਾਂ
ਤੇ ਦੱਸੋ ਹਾਂ ਭਲਾ ਸਾਡੇ ਨਾਲੋਂ ਹੁਣ ਥੱਲੇ ਹੋਰ ਕਿਹੜੇ ਲੋਕ ਹੈ, ਕਿਤਨੇ ਕੁ ਲੋਕ ਹੈ। ਸੋ ਦੱਸੋ ਹਾਂ ਭਲਾ ਸਾਨੂੰ ਹਰ ਇੱਕ ਜਗ੍ਹਾ 'ਤੇ ਜਾਣਾ ਚਾਹੀਦਾ ਹੈ। ਮਹਾਰਾਜ ਮੌਕਾ ਹੈ ਹੁਣ ਸਾਡੇ ਕੋਲ ਜਾਣੇ ਦਾ। ਬਾਅਦ ਵਿੱਚ ਤਾਂ ਆਪ ਜੀ ਮਾਤ ਲੋਕ ਵਿੱਚ ਰੁੱਝ ਜਾਓਗੇ, ਦੁਨੀਆ ਨੂੰ ਤਾਰਨੇ ਵਾਸਤੇ ਹੁਣ ਸਮਾਂ ਹੈ। ਕਿਰਪਾ ਕਰਕੇ ਹੋਰਨਾਂ ਲੋਕਾਂ ਵਿੱਚ ਵੀ ਕਿਉਂ ਨਾ ਚਲੀਏ। ਤੁਮ ਬਿਨ ਕੌਣ ਦਿਖਾਏ ਮਹਾਨਾ, ਤੁਹਾਡੇ ਤੋਂ ਬਿਨਾਂ ਸਾਨੂੰ ਹੋਰ ਕੌਣ ਦਿਖਾ ਸਕਦਾ। ਕਿਉਂਕਿ ਹੁਣ ਮਹਾਰਾਜ ਸਾਨੂੰ ਅਵਸਰ ਮਿਲਿਆ ਹੋਇਆ ਹੈ ਵੀ ਹੁਣ ਤੁਸੀਂ ਸਾਡੇ ਕੋਲ ਹੋ, ਤੁਹਾਡੇ ਕੋਲੋਂ ਤਮਾਮ ਅਜ਼ਮਤਾਂ ਨੇ, ਸ਼ਕਤੀਆਂ ਨੇ, ਜੋ ਚਾਹੋ ਉਹ ਕਰ ਸਕਦੇ ਹੋ। ਇਸ ਕਰਕੇ ਮਹਾਰਾਜ ਹੋਰ ਵੀ ਸਾਨੂੰ ਦੇਸ਼ਾਂ ਦਾ ਰਟਨ ਕਰਾਵੋ। ਮਹਾਰਾਜ ਸਾਨੂੰ ਤਾਂ ਕੋਈ ਪਤਾ ਨਹੀਂ, ਅਸੀਂ ਤਾਂ ਆਮ ਮਰਾਸੀ ਜਿਹੇ ਹਾਂ, ਸਾਨੂੰ ਕੁਝ ਵੀ ਨਹੀਂ ਪਤਾ ਹੈ। ਮਹਾਰਾਜ ਜੇ ਤੁਹਾਡੀ ਸੰਗਤ ਨਾ ਹੁੰਦੀ, ਕਦੇ ਕਿਸੇ ਦੇ ਦੁਆਰੇ ਕਦੇ ਕਿਸੇ ਦੇ ਦੁਆਰੇ ਜਾ ਕੇ ਵਜਾਉਂਦੇ ਰਹਿਣਾ ਸੀ, ਗਾਉਂਦੇ ਰਹਿਣਾ ਸੀ, ਇਹੀ ਸਾਡਾ ਕੰਮ ਹੋਣਾ ਸੀ। ਪਰ ਤੁਹਾਡੀ ਕਿਰਪਾ ਦੁਆਰਾ ਹੁਣ ਮਹਾਰਾਜ ਅਸੀਂ ਤਮਾਮ ਦੁਨੀਆ ਨੂੰ ਘੁੰਮ ਲਿਆ ਹੈ। ਮਹਾਰਾਜ ਇਹ ਤੁਹਾਡੀ ਕਿਰਪਾ ਹੈ ਨਾ। ਇਉਂ ਮਰਦਾਨਾ ਜੀ ਨਿਮਰਤਾ ਦੇ ਬਚਨ ਕਰਦੇ, ਸ਼੍ਰੀ ਗੁਰ ਕਹਿ ਸੁਣੈ ਮਰਦਾਨੇ। ਸ਼੍ਰੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਕਹਿਣ ਲੱਗੇ, ਐ ਮਰਦਾਨਾ ਜੀ ਸਾਡਾ ਬਚਨ ਸੁਣ, ਧਰੁਵ ਮੰਡਲ ਜੇ ਤੋਕ ਪ੍ਰਮਾਨੋ। ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜਾ ਧਰੁਵ ਮੰਡਲ ਹੈ ਨਾ, ਜੇ ਤੈਨੂੰ ਦੱਸੀਏ ਵੀ ਪ੍ਰਿਥਵੀ ਨਾਲੋਂ ਕਿੰਨਾ ਕੁ ਉੱਚਾ ਹੈ, ਸੋ ਗਿਣਤੀ ਮਿਣਤੀ ਕਰਕੇ ਬਿਆਨ ਤੇ ਨਹੀਂ ਹੋ ਸਕਦਾ। ਪਰ ਤੈਨੂੰ ਦੱਸਦੇ ਹਾਂ 39 ਲੱਖ ਯੋਜਨ ਉੱਚਾ। 39 ਭਾਵ ਬੜਾ ਉੱਚਾ ਉਹਦਾ ਘਰ ਹੈ। ਲੱਖ ਇਹ ਜਾਣ ਵੀ ਉਹ ਬੜਾ ਹੀ ਉੱਚਾ ਹੈ, ਲੱਖਾਂ ਕਰੋੜਾਂ ਯੋਜਨ ਉੱਚਾ ਹੈ। ਕਿਉਂਕਿ ਜੋ ਚੀਜ਼ ਆਮ ਬੰਦੇ ਦੀ ਦ੍ਰਿਸ਼ਟੀ ਵਿੱਚ ਦਿਸਦੀ ਨਹੀਂ ਹੈ, ਉਹਨੂੰ ਦੂਰ ਕਹਿ ਦੇਣਾ, ਨੇੜੇ ਕਹਿ ਦੇਣਾ ਸੁਭਾਵਿਕ ਹੈ। ਹੁਣ ਪਰਮੇਸ਼ਵਰ ਨੂੰ ਕੋਈ ਦੂਰ ਕਹੇ ਤਾਂ ਦੂਰ ਹੀ ਕਹੇਗਾ ਨਾ ਜਿਹਨੇ ਦੇਖਿਆ ਨਹੀਂ, ਕੋਈ ਨੇੜੇ ਕਹੇ ਉਹ ਹੀ ਕਹੇਗਾ ਜਿਹਨੇ ਦੇਖਿਆ ਹੈ, ਪਰ ਹੈ ਤੇ ਨੇੜੇ ਹੈ। ਹੁਣ ਅੱਖ ਦੇ ਵਿੱਚ ਕੰਕਰ ਪੈ ਜਾਏ, ਹੁਣ ਹੈ ਬੜੀ ਨੇੜੇ ਹੈ, ਪਰ ਦੱਸੇਗਾ ਕੋਈ ਦੂਸਰਾ ਹੀ, ਸਾਨੂੰ ਨਹੀਂ ਦੱਸੇਗਾ ਕਿਉਂਕਿ ਬਹੁਤ ਹੀ ਨੇੜੇ ਹੈ। ਅੱਖ ਉਹ ਆਪਣੇ ਨਾਲੋਂ ਥੋੜ੍ਹੀ ਦੂਰੀ ਤੱਕ ਦੇਖ ਸਕਦੀ ਹੈ, ਪਰ ਜੋ ਬਿਲਕੁਲ ਨਜ਼ਦੀਕ ਹੈ ਉਹਨੂੰ ਕਿਵੇਂ ਦੇਖੇਗੀ। ਇਸ ਕਰਕੇ ਪ੍ਰਭੂ ਨੂੰ ਕੌਣ ਦੇ ਸਕਦਾ ਹੈ। ਧਰੁਵ ਲੋਕ ਬਹੁਤ ਉੱਚਾ ਹੈ। ਐ ਮਰਦਾਨਾ ਜੀ ਜੇ ਅਸੀਂ ਗਿਣਤੀਆਂ ਮਿਣਤੀਆਂ ਕਰਕੇ ਦੱਸੀਏ ਤੇ ਗਿਣਤੀ ਹੋ ਨਹੀਂ ਸਕਦੀ। ਇਸ ਕੀ ਸਰਬਰ ਕੋ ਨਾ ਪਹੁੰਚਾ। ਸਤਿਗੁਰੂ ਕਹਿਣ ਲੱਗੇ ਆਮ ਸੰਸਾਰੀ ਵਿਗਿਆਨੀ ਕੋਈ ਜਿਹੜਾ ਦਾਰਸ਼ਨਿਕ ਹੈ, ਫਿਲੋਸਫਰ ਹੈ, ਉਹ ਇੱਥੋਂ ਤੱਕ ਨਹੀਂ ਅੱਪੜ ਸਕਦਾ ਹੈ। ਕਿਉਂਕਿ ਦੁਨੀਆ ਦੀਆਂ ਜਿਹੜੀਆਂ ਖੋਜਾਂ ਨੇ ਉਹ ਦੁਨੀਆ ਤੱਕ ਸੀਮਤ ਨੇ। ਦੁਨੀਆ ਦੀਆਂ ਜਿਹੜੀਆਂ ਖੋਜਾਂ ਨੇ ਉਹ ਦ੍ਰਿਸ਼ਟੀਕੋਣ ਤੱਕ ਸੀਮਤ ਨੇ, ਜਿੱਥੋਂ ਤੱਕ ਦ੍ਰਿਸ਼ਟੀ ਜਾਂਦੀ ਹੈ। ਪਰ ਪ੍ਰਭੂ ਜਿਹੜੇ ਅਨੁਭਵੀ ਹੈ ਉਹ ਉੱਥੋਂ ਤੱਕ ਅੱਪੜ ਜਾਂਦੇ ਆ ਜਿੱਥੇ ਸ੍ਰਿਸ਼ਟੀ ਦਾ ਅੰਤ ਹੋ ਜਾਂਦਾ ਹੈ, ਜਿੱਥੇ ਸੰਸਾਰ ਦੀ ਖੋਜ ਅੰਤ ਹੋ ਜਾਂਦੀ ਹੈ, ਉੱਥੇ ਪ੍ਰਭੂ ਦੇ ਜਨਮ, ਪ੍ਰਭੂ ਦੇ ਅਵਤਾਰ ਉੱਥੋਂ ਤੱਕ ਅੱਪੜ ਜਾਂਦੇ ਹੈ। ਇਸ ਕਰਕੇ ਇਹ ਗਿਣਤੀਆਂ ਮਿਣਤੀਆਂ ਨਹੀਂ ਕੀਤੀਆਂ ਜਾ ਸਕਦੀਆਂ। ਪ੍ਰਭੂ ਜੀ ਮੁਝ ਇੱਕ ਅਵਰ ਬਤਾਵ। ਸਤਿਗੁਰੂ ਜੀ ਨੂੰ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇੱਕ ਮੇਰੀ ਹੋਰ ਬੇਨਤੀ ਹੈ। ਸੋ ਕਿਹੜੀ ਬੇਨਤੀ ਉਹ ਵੀ ਸੁਣੋ। ਲਖ ਅਜਾਨ ਨਹਿ ਮਨ ਖੁਨ ਸਾਵ। ਮਹਾਰਾਜ ਮੈਂ ਅਣਜਾਣ ਹਾਂ, ਪਹਿਲਾਂ ਹੀ ਦੱਸ ਦੇਵਾਂ ਤੁਹਾਨੂੰ, ਮੁੜ ਕੇ ਕਹੋਗੇ ਵੀ ਮਰਦਾਨਿਆ ਤੂੰ ਕਮਲੀਆਂ ਗੱਲਾਂ ਕਰਦਾ ਜਾਂ ਬੱਚਿਆਂ ਵਾਲੀਆਂ ਗੱਲਾਂ ਕਰਦਾ। ਮੈਂ ਪਹਿਲਾਂ ਹੀ ਦੱਸ ਦਿੰਦਾ ਮਹਾਰਾਜ ਮੈਂ ਅਣਜਾਣ ਹਾਂ, ਗੱਲ ਹੀ ਖਤਮ ਹੈ। ਜਦੋਂ ਬੰਦਾ ਆਪ ਦੀ ਹਾਰ ਪਹਿਲਾਂ ਕਬੂਲ ਕਰ ਲੈਂਦਾ ਹੈ ਨਾ, ਤੇ ਮੁੜ ਕੇ ਹਾਰਨ ਦਾ ਉਹਨੂੰ ਕੋਈ ਸੋਗ ਨਹੀਂ ਹੁੰਦਾ। ਜਦੋਂ ਆਪਣੇ ਆਪ ਨੂੰ ਪਹਿਲਾਂ ਹੀ ਜੇਤੂ ਦਰਸਾਉਣ ਦਾ ਯਤਨ ਕਰਦਾ, ਉਦੋਂ ਹਾਰ ਕਬੂਲ ਨਹੀਂ ਕਰਦਾ। ਮਰਦਾਨਾ ਜੀ ਪਹਿਲਾਂ ਹੀ ਚੁੱਕ ਗਏ ਆ, ਕਹਿੰਦੇ ਮੈਂ ਮਹਾਰਾਜ ਅਣਜਾਣ ਹਾਂ, ਜੇ ਝਿੜਕੋਗੇ ਤੇ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਮੈਨੂੰ ਪਤਾ ਕੁਝ ਨਹੀਂ ਹੈ। ਇਸ ਕਰਕੇ ਮੇਰੀ ਬੇਨਤੀ ਸੁਣੋ। ਧਰੁਵ ਮੰਡਲ ਤੇ ਗਏ ਅਗਾਰੀ। ਮਹਾਰਾਜ ਜੀ ਤੁਸੀਂ ਧਰੁਵ ਮੰਡਲ ਤੇ ਸਾਨੂੰ ਛੱਡ ਕੇ ਚਲੇ ਗਏ ਸੀ ਤੇ ਆਪ ਤੁਸੀਂ ਅੱਗੇ ਚਲੇ ਗਏ ਸੀ ਜਦੋਂ ਸੱਚਖੰਡ, ਸਾਨੂੰ ਤਾਂ ਨਹੀਂ ਨਜ਼ਰ ਆਏ ਆਪ ਕਿੱਥੇ ਗਏ ਹੋ। ਹਾਂ ਇੰਨਾ ਜ਼ਰੂਰ ਸੁਣਿਆ ਵੀ ਤੁਸੀਂ ਧਰੁਵ ਜੀ ਨਾਲ ਬਚਨ ਵਿਲਾਸ ਕਰਦੇ ਸੀ ਕੁਛ, ਤੇ ਉਹ ਜੋ ਉੱਥੇ ਆਪ ਜੀ ਨੇ ਦੇਖਿਆ ਸੋ ਦੇਖਿਆ ਸਾਨੂੰ ਦੱਸੋ। ਕੀਤੀ ਦੂਰ ਕਹੋ ਸੁਖਕਾਰੀ। ਇਹ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਭਲਾ ਕਿੰਨੀ ਕੁ ਦੂਰ ਸੀ ਉਹ ਸੱਚਖੰਡ ਜਿੱਥੇ ਆਪ ਜੀ ਗਏ ਸੀ, ਤੂੰ ਦੱਸੋ ਤੇ ਸਹੀ ਥੋੜ੍ਹਾ ਜਿਹਾ ਸਾਨੂੰ। ਇਹੋ ਜਿਹੀਆਂ ਜਦੋਂ ਮਰਦਾਨਾ ਜੀ ਬਚਨ ਵਿਲਾਸ ਕਰਦੇ, ਅਪਰ ਮਾਨਸੋ ਸੁਨ ਮਰਦਾਨੇ। ਸਤਿਗੁਰੂ ਜੀ ਨੇ ਫੇਰ ਇਹ ਗੱਲ ਆ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਕਹਿਣ ਲੱਗੇ ਮਰਦਾਨਾ ਜੀ ਉਹ ਅਪਰਮਾਨ ਹੈ, ਉਹਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ। ਕਿੰਨਾ ਕੁ ਦੂਰ ਹੈ
क्योंकि ये सतगुर का सुभाव है। सो सीधा नहीं दसना है, क्योंकि सीधी मंजिल दसांगे तो मनुख हो सकता चले ही ना घबरा जाए। सतगुरु मंजिल नूं ही विच भर दिंदे है, रस्ता दसांगे खौरे रस्ते उत्ते ना ही चलीए। सतगुरु कहण लगे तू साडे नाल चली जा, तैनूं पुछण दी कुछ लोड़ नहीं रहेगी, अपने आप सारे सवालों के उत्तर मिल जाएंगे। संत दे कोल सवाल जवाब करिए, चर्चा करिए, कुछ नहीं मिलेगा, क्योंकि ओहदियां गल्लां साडे सिर चों लंघ जाणगियां, समझ नहीं पवेगी कुछ भी। पर उहदे नाल बैठ के उहदे नाल समां बतीत करना, वो तरंगां सानूं प्रभावित करनगियां। सारियां साडियां इच्छावां, सारियां साडियां जो सवाल जवाब दीयां बिरतियां ने, वो बैठदियां सारी उतर जाणगियां। पर जे सवाल जवाब के चक्कर विच पै गए तो संत लोग मौजी हुंदे है, कदे उत्तर नहीं भी दिंदे है। सतगुरु जी मरदाने नूं यथार्थ गल नहीं दस रहे, सो मोटी जी गल कह दी है भी अप्रमाण है, नहीं नज़र आउंदे ब्रह्मादिक ते की गिनती होवे ना बखाने। उसकी गिनती मिनती दसी नहीं जा सकती। नाम अनंत अलेख अपारा, ਉਹਦਾ नाम अनंत है, अलेख लेख्यो तो रहत है, अपारा पारावार तो रहत है। सो हुण एक सतगुरां दा शब्द जपजी साहिब विच आउंदा है ना, सो वड्डा साहिब वड्डी ऊंचा जाका नाओ, जिवें शब्द आउंदा है कि वो परमेश्वर वड्डा है, ये वड ऊंचा होवे कोई ते सुचे को जाना सोए। सो प्रभु ते वड्डा है ते वड्डा ही उसका नाम है। सो इस शब्द का अर्थ समझ नहीं आएगा सानू, क्योंकि प्रभु ते वड्डा है, उसका नाम किवें वड्डा हो सकता है, इस ते मनुख की सोच रुक जाती है। पर सतगुरु जी समझाते हैं कि प्रभु ते वड्डा है, पर जे उहदे तक कोई पहुँच ही ना सकिया, कौन जानेगा वह वड्डा है। इस करके वड्डा जानने वास्ते उसका नाम जप, नाम वड्डा है उसका इस करके क्योंकि मंजिल तो अपने थां मौजूद है, पर मंजिल तक अपने वास्ते रस्ता भी एक बहुत वडियाई रखता है। जे रस्ता ही नहीं पता मंजिल ते कौन अपड़ेगा। सतगुरु कहण लगे नाम दे प्रताप करके मंजिल का सारा ही भेद पता लग जाता, उदा नहीं पता लगता। उदा जे कोई कही जाए रब एडा है ओडा है, की होवेगा कहण नाल, कुछ समझ नहीं पवेगी। अनुभव तां ही होएगा जदों असीं उस अवस्था ते पहुँचांगे, कहण नाल कुछ नहीं होवेगा। तो सतगुरु कहते हैं नाम उहदा वड्डा है, अनंत है। इस करके मरदाना जी नाम जपी चलो, नाम जपदिया होया सारा बोध हो जाएगा। ब्रह्मादिक इयों करत उचारा, ब्रह्मा इत्यादि जिहड़े देवते है ना, वो सारे इहो ही गल आखदे हन, दया धार बिखरावत जित। कहते जिहड़े ब्रह्मा इत्यादि देवते हैं ना, सब उहदा नाम जपदे है, ते जिस ते दया कर दे, जिस ते रहमत कर दे, ਉਹਨੂੰ फिर दिखा ਦਿੰਦੇ है। सो जो दिखाना चाहन उसनूं दिखा देंगे, जिस ते दया करते हैं। हुण पर दया किस ते करते है, सो इत्थे सवाल खड़ा हो जाता, क्योंकि वो पक्षपाती तो है नहीं है, क्योंकि न्याय बड़ा वड्डा है, वड्डी वडियाई जां सच न्याओ, क्योंकि उहदे घर दा न्याय निर्मल है, उहदे विच कोई हेरा फेरी नहीं है। तो फिर ये किवें आपां कह सकते हैं कि किसी नूं बुरे राहे पाउंदा, किसी नूं चंगे राहे, इत्थे तो फिर गल सवाल खड़ा हो जाता है ना। पर सतगुरु कहते दया धारदे है, किस ते दया धारदे है, जो समर्पित हो जाता है, जिसने आपदा वजूद खत्म करके उन्होंने अपना लिया है। तू जो कराए सो करा, चंगा है माड़ा है मैं कोई सवाल ही नहीं करांगा, जे माड़ा है तो वह फल भी मैं भुगतन लई तैयार हाँ। इस करके जिन्हें समर्पित कर दिता सारा कुछ लुटा दिता, उस ते दया धारदे है, अवश्य धारदे है। तो कहते जिस ते दया धारदे है उन्होंने फिर सब कुछ दिखा देंगे। करियो जेत देखत हैं तेतो, सो करियो जंत देखत हैं तेतो। जिन्हें जीव जंत है, जो जिया जंत सब है, वो सब उसनों दिखा देंगे है, छिण मात्र विच सारा ज्ञान करा देंगे है। जिस ते कृपा दृष्टि करे, ओरक कहूँ न पायो काहूँ। सो ओड़क नहीं किसी ने उहदा पाया, अंत नहीं पाया किसी ने, क्योंकि अंत खोजन वास्ते ओड़क भाल थके। सो सब वेद शास्त्र ग्रंथ उहदा अंत पाउण वास्ते थक गए है।
ਬ੍ਰਹਮਾ ਇਤਿਆਦਿ ਸਭਨਾਂ ਨੇ ਕਿਹਾ ਨੇਤੀ ਨੇਤੀ ਨੇਤੀ, ਅਸੀਂ ਨਹੀਂ ਪਾ ਸਕਦੇ ਹਾਂ, ਨਹੀਂ ਪਾ ਸਕਦੇ ਹਾਂ, ਸਾਡੇ ਯਤਨਾਂ ਦੁਆਰਾ ਤੁਸੀਂ ਨਹੀਂ ਪ੍ਰਾਪਤ ਹੋ ਸਕਦੇ ਹੋ। ਸਰਬ ਅਨੰਤ ਕਹਿ ਮਿਲਤਾ ਹੂੰ, ਸਰਬ ਅਨੰਤ ਹੈ, ਉਹ ਸਰਬ ਕਰਕੇ ਸਾਰਿਆਂ ਕਰਕੇ ਅਨੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਕਹਿ ਮਿਲਤਾ ਹੂੰ, ਸਭ ਉਸ ਨੂੰ ਅਨੰਤ ਅਨੰਤ ਕਹਿ ਕੇ ਹੀ ਪੁਕਾਰਦੇ ਹੈ, ਕਿਉਂਕਿ ਉਹ ਅਨੰਤ ਇਸ ਕਰਕੇ ਹੈ ਕਿਉਂਕਿ ਸਾਡੀ ਬੋਧ ਤੋਂ ਸਮਝ ਤੋਂ ਪਰੇ ਹੈ। ਧੰਨ ਧੰਨ ਭਾਖੈ ਮਰਦਾਨਾ, ਮਰਦਾਨਾ ਜੀ ਜਦੋਂ ਸਤਿਗੁਰਾਂ ਦੇ ਬਚਨ ਸੁਣਦੇ ਹੈ ਤੇ ਹੁਣ ਸਾਰੀ ਉਹ ਸੰਸੇ ਦੀ ਨਿਵਰਤੀ ਹੋ ਗਈ ਹੈ। ਕਹਿੰਦੇ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ, ਧੰਤਾ ਜੋਗ ਹੋ ਆਪ, ਕਹੋ ਸਤ ਤੁਮ ਮਇਆ ਨਿਧਾਨਾ। ਮਹਾਰਾਜ ਤੁਸੀਂ ਜੋ ਕਹਿੰਦੇ ਹੋ ਸਤ ਹੈ, ਸੱਚੇ ਬਚਨ ਹੈ ਸਭ, ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਤੁਸੀਂ ਜੋ ਆਖਦੇ ਹੋ ਉਹ ਅਟਲ ਹੈ, ਸੱਚਾਈ ਹੈ ਪੂਰੀ। ਨਿਰੰਕਾਰ ਤੁਮ ਮੈਂ ਨਹਿ ਭੇਦਾ, ਮਹਾਰਾਜ ਮੈਂ ਇਹ ਜਾਣ ਲਿਆ ਕਿ ਤੁਹਾਡੇ ਵਿੱਚ ਅਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਹੈ। ਕਾਰਨ ਕਰਨ ਅਕਾਲ ਅਛੇਦਾ, ਆਪ ਕਰਨ ਕਰਾਉਣ ਹਾਰੇ ਆਪ ਹੋ। ਸੋ ਬਹਾਨਾ ਵੀ ਆਪ ਹੀ ਬਣਾਉਣ ਵਾਲੇ ਹੋ। ਜਦੋਂ ਕਿਸੇ 'ਤੇ ਕਿਰਪਾ ਹੋਣੀ ਹੋਏ ਨਾ, ਉਦੋਂ ਉਹਨੂੰ ਫਿਰ ਕੰਧਾਂ ਵੀ ਉਪਦੇਸ਼ ਕਰਦੀਆਂ ਨੇ। ਜਦੋਂ ਕੋਈ ਕਿਰਪਾ ਦਾ ਪਾਤਰ ਬਣਨਾ ਹੋਏ ਉਦੋਂ ਉਹਨੂੰ ਚੱਲਦੇ ਹੋਏ ਰਾਹਗੀਰ ਵੀ ਉਪਦੇਸ਼ ਕਰ ਦਿੰਦੇ ਹੈ। ਪਰ ਜਦੋਂ ਮਾੜਾ ਸਮਾਂ ਆਇਆ ਹੋਏ ਉਦੋਂ ਫਿਰ ਚੰਗੇ ਚੰਗੇ ਮਿੱਤਰ ਵੀ ਸਾਥ ਛੱਡ ਜਾਂਦੇ ਹੈ। ਸੋ ਜਿਸ 'ਤੇ ਕਿਰਪਾ ਕਰੇ ਉਸ ਨੂੰ ਤੁਸੀਂ ਆਪ ਹੀ ਆਪ ਦੇ ਗਲਵੱਕੜੀ ਵਿੱਚ ਲੈ ਲੈਂਦੇ ਹੋ। ਤੁਸੀਂ ਕਰਨ ਕਰਾਉਣ ਹਾਰੇ ਵੀ ਹੋਏ ਫਿਰ। ਅਕਾਲ ਅਛੇਦਾ, ਆਪ ਕਾਲ ਤੋਂ ਰਹਿਤ ਹੋ, ਤੁਹਾਨੂੰ ਕੋਈ ਮਾਰ ਨਹੀਂ ਸਕਦਾ। ਆਪ ਭੂਤਲ ਕੋ ਆਪ ਪਧਾਰੇ। ਹੁਣ ਮਹਾਰਾਜ ਜੀ ਅਸੀਂ ਮਾਤ ਲੋਕ ਵਿੱਚ ਪਹੁੰਚ ਚੱਲੇ ਹਾਂ, ਬਚਨ ਬਿਲਾਸ ਕਰਦਿਆਂ ਹੋਇਆਂ। ਕੌਣ ਦੇਸ਼ ਆਏ ਪੰਥ ਅਗਾਰੇ। ਹੁਣ ਮਹਾਰਾਜ ਕਿਹੜੇ ਦੇਸ਼ ਵਿੱਚ ਆਪਾਂ ਆ ਗਏ ਹਾਂ। ਇਹ ਬਚਨ ਮਰਦਾਨਾ ਜੀ ਕਰਦੇ ਮਹਾਰਾਜ। ਹੁਣ ਮਾਤ ਲੋਕ ਆ ਗਿਆ ਹੈ ਤੇ ਇਹ ਕਿਹੜਾ ਦੇਸ਼ ਆ ਗਿਆ। ਸੁਣ ਕੇ ਸਤਿਗੁਰੂ ਕਹਿਣ ਲੱਗੇ ਕਿਤਕ ਦੇਰ ਮੈਂ ਚਲੋ ਗੁਸਾਈ। ਸਤਿਗੁਰੂ ਜੀ ਕਹਿਣ ਲੱਗੇ ਹੈ ਕਿ ਭਾਈ ਮਰਦਾਨਿਆ, ਅਸੀਂ ਥੋੜ੍ਹੇ ਸਮੇਂ ਵਾਸਤੇ ਹੁਣ ਪਹੁੰਚ ਚੱਲੇ ਹਾਂ, ਤੈਨੂੰ ਦੱਸਦੇ ਹਾਂ ਕਿੱਥੇ ਚੱਲੇ ਹਾਂ। ਕਿ ਕੁਝ ਕੁ ਸਮੇਂ ਤੱਕ ਆਪਾਂ ਇੱਕ ਜਗ੍ਹਾ 'ਤੇ ਪਹੁੰਚਣ ਲੱਗੇ ਹਾਂ, ਉਹਦਾ ਨਾਮ ਵੀ ਤੈਨੂੰ ਉੱਥੇ ਜਾ ਕੇ ਦੱਸਾਂਗੇ। ਸੁਣ ਕਰ ਸ਼੍ਰੀ ਗੁਰ ਗਿਰਾ ਅਲਾਈ। ਇਉਂ ਮਰਦਾਨਾ ਜੀ ਨੂੰ ਮਹਾਰਾਜ ਨੇ ਸੰਬੋਧਨ ਕੀਤਾ। ਦੋਹਰਾ ਸੂਰਤ ਬੰਦਰ ਆਵਈ, ਨਟਕਾ ਚਪਟਾ ਫੇਰ। ਫਿਰ ਜਦੋਂ ਇਹ ਗੁਜਰਾਤ ਵਿੱਚ ਸੂਰਤ ਹੈ, ਇਹਦੀ ਬੰਦਰਗਾਹ ਆ ਗਈ। ਜਦੋਂ ਸਤਿਗੁਰੂ ਪਹੁੰਚ ਗਏ ਹੈ ਬੰਦਰਗਾਹ 'ਤੇ ਜਦੋਂ ਪਹੁੰਚੇ ਤੇ ਫਿਰ ਅੱਗੇ ਮਛਲੀ ਬੰਦਰ ਜਾਏ ਪੁਨ ਸ਼ੀਗਰ, ਕਰੈ ਨ ਦੇਰ। ਫਿਰ ਕਹਿਣ ਲੱਗੇ ਮਛਲੀ ਬੰਦਰਗਾਹ ਹੈ, ਇਹ ਮਦਰਾਸ ਤੋਂ ਕੁਝ 21 ਮੀਲ 'ਤੇ ਦੂਰੀ 'ਤੇ ਹੈ। ਇਹ ਵੀ ਬੰਦਰਗਾਹ ਹੈ ਤੇ ਇਸ ਨੂੰ ਮਛਲੀ ਬੰਦਰਗਾਹ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਬੰਦਰਗਾਹ 'ਤੇ ਬਹੁਤ ਮੱਛੀਆਂ ਦਾ ਵਪਾਰ ਹੁੰਦਾ ਸੀ। ਤਾਂ ਕਹਿਣ ਲੱਗੇ ਹੁਣ ਮਛਲੀ ਬੰਦਰਗਾਹ 'ਤੇ ਆਪਾਂ ਪਹੁੰਚ ਗਏ ਹਾਂ। ਚੌਪਈ ਇਸ ਪ੍ਰਕਾਰ ਕੇ ਬਚਨ ਬਿਲਾਸਾ। ਇਸ ਤਰ੍ਹਾਂ ਦੇ ਬਚਨ ਬਿਲਾਸ ਕਰਦਿਆਂ ਹੋਇਆਂ ਕਰਤ ਚਲਤ ਸਿੱਖਨ ਸੁਖ ਰਾਸਾ। ਇਹਦਾ ਮਹਾਰਾਜ ਜੀ ਸਿੱਖਾਂ ਨੂੰ ਖੁਸ਼ ਕਰਨ ਵਾਲੇ ਪ੍ਰਭੂ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਚੱਲਦੇ ਜਾ ਰਹੇ। ਸ਼ੀਲਾ ਗਿਰ ਪਰ ਜਬ ਚੱਲ ਆਏ। ਜਦੋਂ ਸ਼ੀਲਾ ਗਿਰ ਪਹਾੜੀ 'ਤੇ ਜਦੋਂ ਸਤਿਗੁਰੂ ਜੀ ਆ ਗਏ ਹਨ ਤਾਂ ਮਰਦਾਨੇ ਤਬ ਬੈਨ ਅਲਾਏ। ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਬਚਨ ਕੀਤੇ ਕਿ ਮਹਾਰਾਜ ਜੀ ਹੁਣ ਤਾਂ ਅਸੀਂ ਪਹਾੜਾਂ 'ਤੇ ਆ ਗਏ ਹਾਂ। ਇਹ ਕਿਹੜੀ ਪਹਾੜੀ ਹੈ। ਇਸ ਪਰ ਪਰਬਤ ਸੁੰਦਰ ਕੇ ਮਾਹੀ। ਮਹਾਰਾਜ ਇਹ ਪਰਬਤ ਬੜਾ ਸੁੰਦਰ ਹੈ, ਮਹਾਰਾਜ ਬੜੀ ਹਰਿਆਲੀ ਹੈ ਇਸ 'ਤੇ। ਪਰ ਇਸ ਪਰਬਤ ਦੇ ਉੱਤੇ ਰਹਿਤ ਸੰਤ ਕੈਦ ਕੋ ਨਾਹੀ। ਕਿ ਮਹਾਰਾਜ ਇੱਥੇ ਕੋਈ ਬੰਦਾ, ਕੋਈ ਪੰਛੀ, ਕੋਈ ਜਾਨਵਰ ਰਹਿੰਦਾ ਹੈ ਕਿ ਜਾਂ ਸੁੰਨਸਾਨ ਹੀ ਹੈ। ਮਹਾਰਾਜ ਮੇਰੇ ਖਿਆਲ ਨਾਲ ਤਾਂ ਇੱਥੇ ਕੋਈ ਦਿਸਦਾ ਨਹੀਂ। ਕੋਈ ਸੰਤ, ਕੋਈ ਰੱਬ ਦਾ ਪਿਆਰਾ ਇੱਥੇ ਨਹੀਂ ਨਜ਼ਰ ਆਉਂਦਾ। ਪਸ ਪੰਖੀ ਕੋ ਨਜ਼ਰ ਨਾ ਆਵੇ। ਦੇਖਦੇ ਹਾਂ ਆਕਾਸ਼ ਪੂਰਾ ਖਾਲੀ ਹੈ, ਕੋਈ ਪੰਛੀ ਨਹੀਂ ਨਜ਼ਰ ਆਉਂਦਾ, ਨਾ ਕੋਈ ਜਾਨਵਰ ਨਜ਼ਰ ਆਉਂਦਾ ਹੈ। ਮਹਾਰਾਜ ਕੀ ਗੱਲ, ਬੜਾ ਸਨਾਟਾ ਛਾਇਆ ਹੋਇਆ ਇਸ ਪਹਾੜੀ 'ਤੇ।
ਤੇ ਆਪ ਦੱਸੋ ਸੁਣੋ ਸਭ ਇਸ ਥਾਨ ਦਿਖਾਵੈ। ਇਹ ਬੜਾ ਸੁੰਨਸਾਨ ਜਿਹਾ ਜਗ੍ਹਾ ਹੈ, ਬੜੀ ਭਿਆਨਕ ਜੀ ਜਗ੍ਹਾ ਲੱਗਦੀ ਹੈ। ਕੋਈ ਹੈ ਹੀ ਨਹੀਂ ਇੱਥੇ, ਕੋਈ ਵਸਦਾ ਵੀ ਹੈ ਇੱਥੇ, ਉਜਾੜ ਹੀ ਪਈ ਹੋਈ ਹੈ। ਇੰਨਾ ਹਰਿਆ ਭਰਿਆ ਸਥਾਨ ਤੇ ਐਸਾ ਸੂਨੇ ਹੋਇਆ, ਭਾਵ ਖਾਲੀ ਹੈ, ਸਭ ਕੁਛ ਹੈ ਹੀ ਨਹੀਂ ਕੁਛ ਇੱਥੇ। ਤੇ ਸਤਿਗੁਰਾਂ ਨੂੰ ਬਚਨ ਕਰਦੇ ਆ ਮਰਦਾਨਾ ਜੀ, ਸ਼੍ਰੀ ਗੁਰ ਕਹੈ ਸ਼ੁਧਾ ਤੋਹਿ ਲਾਗੀ। ਸਤਿਗੁਰੂ ਜੀ ਕਹਿਣ ਲੱਗੇ, ਐ ਮਰਦਾਨਾ ਜੀ ਮੈਨੂੰ ਪਤਾ ਹੈ ਕਿ ਤੁਹਾਨੂੰ ਭੁੱਖ ਲੱਗੀ ਹੈ। ਸਿੱਧੀ ਜੀ ਗੱਲ ਸਤਿਗੁਰੂ ਜੀ ਨੇ ਕਹਿ ਦਿੱਤਾ। ਕਹਿਣ ਲੱਗੇ ਮੈਨੂੰ ਪਤਾ ਹੈ ਤੁਹਾਨੂੰ ਭੁੱਖ ਲੱਗੀ ਹੈ, ਤੇ ਹੁਣ ਭੁੱਖ ਦੇ ਮਾਰੇ ਹੋਏ ਤੁਸੀਂ ਬਹਾਨਾ ਲਗਾਉਂਦੇ ਹੋ। ਸਤਿਗੁਰੂ ਕਹਿਣ ਲੱਗੇ ਜੇ ਭੁੱਖ ਲੱਗੀ ਹੈ ਤਾਂ ਕਿਉਂ ਕਰ ਬੂਝਤ ਹੈ ਵਡਭਾਗੀ। ਐ ਵਡਭਾਗੀ ਕਿਉਂ ਪੁੱਛਣਾ ਹੈ ਸਾਨੂੰ, ਫਿਰ ਦੱਸ ਸਿੱਧੀ ਜੀ ਗੱਲ, ਕਿਉਂ ਸਾਨੂੰ ਗੱਲਾਂ ਵਿੱਚ ਉਲਝਾਉਂਦਾ ਹੈ। ਸਿੱਧੀ ਗੱਲ ਦੱਸ, ਜੇ ਭੁੱਖ ਲੱਗੀ ਹੈ, ਕੁਝ ਛਕਣਾ ਹੈ ਤੇ ਸਿੱਧਾ ਸਾਨੂੰ ਦੱਸ, ਅਸੀਂ ਤੈਨੂੰ ਮਨਾ ਨਹੀਂ ਕਰਦੇ ਹਾਂ। ਜੋ ਚਾਹਣਾ ਇਹ ਖਾਣਾ ਹੈ ਮਿੱਤਰ ਮੇਰੇ, ਤੈਨੂੰ ਉਹੋ ਹੀ ਖਵਾ ਦੇਵਾਂਗੇ। ਦੱਸ ਤੇ ਸਹੀ ਜਰਾ, ਇਸ ਗਿਰ ਪਰ ਨਰ ਰਹਿਤ ਨਾ ਕੋ। ਹਾਂ ਜੇ ਤੂੰ ਸਵਾਲ ਕਰਦਾ, ਤੈਨੂੰ ਸਵਾਲ ਦਾ ਉੱਤਰ ਜ਼ਰੂਰ ਦੇਵਾਂਗੇ। ਤੈਨੂੰ ਦੱਸਦੇ ਹਾਂ ਵੀ ਇਸ ਪਹਾੜੀ ਉੱਪਰ ਕੋਈ ਨਹੀਂ ਰਹਿੰਦਾ ਹੈ। ਇਹ ਗੱਲ ਤੂੰ ਹੁਣ ਚੇਤੇ ਰੱਖ ਲੈ, ਸਮਝ ਲੈ, ਕਿਉਂਕਿ ਇਹ ਮੇਰੇ ਮਿੱਤਰ ਤੂੰ ਜੋ ਮਨ ਵਿੱਚ ਕਾਮਨਾ ਕੀਤੀ ਅਸੀਂ ਸਮਝ ਗਏ ਹਾਂ। ਸਤਿਗੁਰੂ ਅੰਤਰਜਾਮੀ ਹੈ ਤੇ ਨਿਰਾਸ਼ ਵੀ ਨਹੀਂ ਹੁੰਦੇ ਆ, ਸਿੱਧੀ ਜੋ ਗੱਲ ਹੈ ਮੂੰਹ 'ਤੇ ਕਰ ਦਿੰਦੇ ਸੀ। ਕਹਿਣ ਲੱਗੇ ਇਸ ਪਹਾੜੀ 'ਤੇ ਕੋਈ ਨਹੀਂ ਰਹਿੰਦਾ ਹੈ, ਸੁਣ ਅਗਲੋ ਥਲ ਅਵਲੋਕਤ ਜੋ। ਹੁਣ ਜਿਹੜੀ ਅਗਲੀ ਪਹਾੜੀ ਆਉਣੀ ਹੈ ਉੱਥੇ ਤੂੰ ਦੇਖੀ, ਤੇ ਪਰ ਰਹਿਤ ਰਖੀ ਸ਼ੁਰ ਭੂਰਨ। ਉਸ ਪਹਾੜੀ ਉੱਤੇ ਬੜੇ ਤਪੀਸ਼ਵਰ ਹਠੀਏ ਤਪੀਏ ਮੁਨੀ ਲੋਕ ਰਹਿੰਦੇ ਹੈ। ਉੱਥੇ ਤੇ ਸੰਤਾਂ ਮਹੰਤਾਂ ਦਾ ਗਾੜੀ ਬਣਿਆ ਹੋਇਆ ਹੈ। ਉਹ ਪਹਾੜੀ 'ਤੇ ਤੂੰ ਬਹੁਤ ਲੋਕਾਂ ਨੂੰ ਵੇਖੇਂਗਾ। ਤਰਵਰ ਬਹੁ ਲਾਗੇ ਫਲ ਰੂਰਨ। ਉੱਥੇ ਬੜੇ ਰੁੱਖ ਲੱਗੇ ਹੋਣਗੇ ਤੇ ਫਿਰ ਸਾਰੇ ਫਲਾਂ ਨਾਲ ਭਰੇ ਹੋਣਗੇ। ਉਹਨਾਂ ਰੁੱਖਾਂ ਨੂੰ ਇੰਨੇ ਫਲ ਲੱਗੇ ਹੋਣਗੇ ਵੀ ਖਾਂਦਿਆਂ ਖਾਂਦਿਆਂ ਢਿੱਡ ਭਰ ਜਾਏਗਾ, ਪਰ ਫਲ ਨਹੀਂ ਮੁੱਕਣੇ ਹੈ। ਇੰਨੇ ਫਲ ਉੱਥੇ ਲੱਗੇ ਹਨ। ਜੇਕਰ ਤਵ ਮਨ ਮੈਂ ਹੋਇਆ ਚਾਹੀ। ਐ ਮਰਦਾਨਾ ਜੀ ਜੇਕਰ ਤੇਰੇ ਮਨ ਵਿੱਚ ਕੋਈ ਚਾਹਨਾ ਹੋਵੇਗੀ ਖਾਣੇ ਦੀ ਕੁਛ, ਜੇ ਕੋਈ ਫਲ ਖਾਣਾ ਹੋਵੇ ਤਾਂ ਚੱਲ ਕਰਤਾ ਹੈ ਫਲ ਲੀਜੈ ਖਾਹੀ। ਚੱਲ ਫਿਰ ਛੇਤੀ ਚੱਲੀਏ, ਹੁਣ ਦੇਰੀ ਨਾ ਕਰੀਏ, ਛੇਤੀ ਜਾਈਏ ਤੇ ਤੈਨੂੰ ਫਿਰ ਫਲ ਖਵਾਵਾਂਗੇ। ਮੈਨੂੰ ਪਤਾ ਹੈ ਤੂੰ ਕਾਫੀ ਦਿਨਾਂ ਤੋਂ ਕੁਝ ਛਕਿਆ ਨਹੀਂ ਹੈ ਤੇ ਤੈਨੂੰ ਹੁਣੇ ਆਪਾਂ ਜੋ ਆਖੇਂਗਾ ਉਹ ਤੈਨੂੰ ਛਕਾਵਾਂਗੇ ਜਾ ਕੇ। ਸ਼੍ਰੀ ਪ੍ਰਭ ਸੁਣੀਏ ਸ਼ੁਧਾ ਨਾ ਕੋਈ। ਹੱਥ ਜੋੜ ਕੇ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਮੈਨੂੰ ਭੁੱਖ ਨਹੀਂ ਲੱਗੀ ਹੈ। ਇਸ ਤਰ੍ਹਾਂ ਜਦੋਂ ਬਚਨ ਕੀਤੇ ਤਾਂ ਜਬ ਕੋ ਮਰਦੇ ਕਰ ਤੁਮ ਖੋਈ। ਮਹਾਰਾਜ ਜੀ ਜਦੋਂ ਤੁਹਾਨੂੰ ਚੇਤੇ ਹੋਵੇਗਾ, ਤੁਸੀਂ ਜਦੋਂ ਮਹਾਰਾਜ ਜੀ ਮੈਂ ਪਹਿਲਾਂ ਬਿਹਾਰ ਵਿੱਚ ਇੱਕ ਵਾਰੀ ਜਦੋਂ ਤੁਹਾਡੇ ਨਾਲ ਨਿਰਾਸ਼ ਹੋ ਕੇ ਚਲਾ ਗਿਆ ਸੀ, ਜਦੋਂ ਮੈਂ ਕਿਹਾ ਸੀ ਮਹਾਰਾਜ ਮੈਨੂੰ ਤੁਸੀਂ ਖਵਾਉਂਦੇ ਕੁਝ ਨਹੀਂ ਹੋ ਅਤੇ ਮੈਂ ਤੁਹਾਡੇ ਕੋਲ ਛੁੱਟੀ ਲੈ ਲੈਣੀ ਹੈ। ਚੇਤਾ ਹੋਣਾ ਤੁਹਾਨੂੰ ਜਦੋਂ ਮੈਨੂੰ ਕੌਡੇ ਨੇ ਫੜ ਲਿਆ ਸੀ ਰਸਤੇ ਵਿੱਚ। ਉਦੋਂ ਮਹਾਰਾਜ ਜੀ ਮੈਨੂੰ ਜਦੋਂ ਉਹ ਲੱਗਾ ਸੀ ਕੜਾਹੇ ਵਿੱਚ ਪਾ ਕੇ ਮਾਰਨ, ਆਪ ਨੇ ਉਦੋਂ ਛਡਾਇਆ ਸੀ ਨਾ। ਉਸ ਤੋਂ ਬਾਅਦ ਮੈਂ ਫਿਰ ਵੀ ਕੁਝ ਖਾਣ ਦੀਆਂ ਜਦੋਂ ਤਵਾਂ ਕੀਤੀ ਸੀ ਅਤੇ ਆਪ ਜੀ ਨੇ ਮੈਨੂੰ ਵਰ ਦਿੱਤਾ ਸੀ ਵੀ ਮਰਦਾਨਿਆ ਹੁਣ ਜਦੋਂ ਤੱਕ ਤੈਨੂੰ ਅਸੀਂ ਚਾਹੀਏ ਭੁੱਖ ਨਹੀਂ ਲੱਗਣ ਦੇਵਾਂਗੇ। ਅਤੇ ਹੁਣ ਮਹਾਰਾਜ ਤੁਹਾਡਾ ਵਰ ਦੀ ਬਰਕਤ ਨਾਲ ਮੈਨੂੰ ਭੁੱਖ ਤਾਂ ਨਹੀਂ ਲੱਗੀ ਹੈ, ਪਰ ਹੁਣ ਤੁਸੀਂ ਕਿਹਾ ਹੈ ਅਤੇ ਹੁਣ ਜ਼ਰੂਰ ਲੱਗ ਗਈ ਭੁੱਖ, ਕਿਉਂਕਿ ਤੁਸੀਂ ਬਚਨ ਕਰ ਦਿੱਤਾ ਹੈ। ਬਚਨ ਦੀ ਬਰਕਤ ਨਾਲ ਭੁੱਖ ਲੱਗ ਗਈ ਹੈ ਹੁਣ ਮੈਨੂੰ। ਜਬ ਰਹੋ ਆਨੰਦ ਸਦਾ ਔਰ ਮਾਹੀ। ਉਂਝ ਤਾਂ ਮੈਂ ਸਦਾ ਹੀ ਆਨੰਦ ਵਿੱਚ ਰਹਿੰਦਾ ਹਾਂ, ਪਰ ਪਤਾ ਨਹੀਂ ਮਹਾਰਾਜ ਤੁਹਾਡੇ ਬਚਨ ਵਿੱਚ ਕੈਸਾ ਬਲ ਹੈ। ਹੁਣੇ ਕਿਹਾ ਹੈ ਭੁੱਖ ਲੱਗੀ ਹੈ ਤੈਨੂੰ, ਅਤੇ ਮੈਨੂੰ ਵਾਕਈ ਭੁੱਖ ਲੱਗ ਗਈ ਹੈ। ਉਹ ਸਤਿਗੁਰਾਂ ਨੇ ਕੁਝ ਇਹੋ ਜਿਹਾ ਕੌਤਕ ਵਰਤਾਉਣਾ ਹੁੰਦਾ। ਮਰਦਾਨੇ ਨੂੰ ਸਿਰਫ ਇੱਕ ਬਹਾਨਾ ਹੀ ਲਗਾਇਆ ਹੁੰਦਾ ਸੀ ਕਿ ਮਰਦਾਨੇ ਕੋਲੋਂ ਕੁਛ ਕਢਾਉਣਾ ਜੋ ਹੁੰਦਾ ਸੀ। ਇਸ ਕਰਕੇ ਮਰਦਾਨੇ ਨੂੰ ਹੁਣ ਭੁੱਖ ਲੱਗ ਗਈ ਹੈ। ਜਬ ਖਾਵਨ ਚਾਹੇ ਹੋਤ ਕਬ ਨਾਹੀ। ਮਹਾਰਾਜ ਜੀ ਉੱਦਾਂ ਕਾਫੀ ਸਮੇਂ ਤੋਂ ਮੈਂ ਕੁਝ ਖਾਧਾ ਨਹੀਂ ਹੈ। ਹੁਣ ਜੇ ਤੁਸੀਂ ਕਹਿੰਦੇ ਹੋ ਤਾਂ ਕਹਿਤ ਸੁਨਤ ਤੇ ਗਿਰ ਪਰ ਆਏ। ਕਹਿੰਦਿਆਂ ਸੁਣਦਿਆਂ ਹੋਇਆਂ ਬਚਨ ਵਿਲਾਸ ਕਰਦਿਆਂ ਉਸ ਪਹਾੜੀ 'ਤੇ ਆ ਗਏ, ਜਿਸ ਪਹਾੜੀ 'ਤੇ ਸੰਤਾਂ ਮਹੰਤਾਂ ਦਾ ਗੜ੍ਹ ਬਣਿਆ ਸੀ। ਬੜੇ ਹਠੀਏ ਤਪੀਏ ਰਹਿੰਦੇ ਸੀ ਉੱਥੇ, ਜੋਗੀ ਲੋਕ ਰਹਿੰਦੇ ਸੀ, ਸਿੱਧ ਲੋਕ ਰਹਿੰਦੇ ਸੀ। ਜਿੱਥੇ ਆਏ ਜਹਾਂ ਬਿਟਪ ਫਲ ਫਲਤ ਸੁਹਾਏ। ਜਿੱਥੇ
बड़े ही रुख ने फलों नाल लपालप भरे हुए। कई तरह के फल ने उत्थे, ऐसे फल ने जो दसे नहीं जा सकते, दुर्लभ फल ने। कहने लगे सब रुख भरे सी, अनक रंग के सुमन सुहावन। फिर रंग बिरंगे फुल खिले हुए सी। वो रंग बिरंगे फुल सानू इत्थे नहीं दिसणगे, पहाड़ां वाली जदों आपां जावांगे ना तो वो पहाड़ी इलाकों वाल फुल बड़े ही दुर्लभ जे हुंदे आ, वो इधर आपां नूं नहीं दिखण नूं मिलदे आ। सो ओह ज़्यादातर उत्थे उगदे आ। ते कहण लगे फुल बड़े दुर्लभ सी, रंग बिरंगे, जिन पर भौरे करहीं भरमावन। ऐसे फुल रसां नाल भरे हुए सी, भी कहंदे आ भी जिहड़े भौरे सी ना उत्ते भरम रहे सी, उत्ते रस पी रहे सी भौरे फुल्लां उपर बैठ के। लता बहुत जिनसों उरझानी। ऐसे रुख सी, ऐसे फल सी भी जिन्हां दियां कहण लगे वेलां लगियां सी, फुल ऐसे ऐसे सी। सो जिवें अंगूरां दियां वेलां लगियां सी, इस प्रकार बड़ियां वेलां भी लगियां सी उत्थे, लंबियां लंबियां वेलां। रुख ਉੱਚਿਆਂ ਨੂੰ ਲੱਗੀਆਂ ਸਨ। ਸੁੰਦਰ ਅਤਸ਼ਾਇਆ ਸੁਖਦਾਨੀ। ਤੇ ਇੰਨੇ ਰੁੱਖ ਸੰਘਣੇ ਸੀ ਵੀ ਜਿਹੜੀ ਛਾਂ ਸੀ ਇੰਨੀ ਗਹਿਰੀ ਸੀ ਵੀ ਸੂਰਜ ਤੇ ਉੱਪਰ ਦਿਸਦਾ ਹੀ ਨਹੀਂ ਸੀ। ਜਦੋਂ ਕਿਤੇ ਆ ਜੰਗਲੀ ਇਲਾਕਿਆਂ ਵੱਲ ਜਾਈਏ ਉਹ ਦਿਨੇ ਹਨੇਰਾ ਲੱਗਦਾ ਹੈ। ਉੱਤਰਾਖੰਡ ਵੱਲ ਜਾਈਏ ਜੇ ਕਿਧਰੇ ਇੱਧਰ ਦਾਸ ਕੁਝ ਕਦੇ ਸਮੇਂ ਗਿਆ ਸੀ ਉੱਧਰ, ਸੋ ਉੱਥੇ ਇਹੋ ਜਿਹੇ ਬਾਗ ਹੈ ਇੰਨੇ ਗਹਿਰੇ ਇੰਨੇ ਸੰਘਣੇ कि करीबन सवा सौ किला इस प्रकार जंगल ही जंगल बनया होया है। वो ना कोई उत्थे कोई होर बीजदा है, रुख ही रुख है संघने। तो इस तरह कह लगे इन्ने ज़्यादा रुख संघने सी, इन्नी शाखावां खिलरियां सी भी चानन तक कदे दिसदा ही नहीं सी, छां ही छां दिसदी सी सारे बन्ने। अनक विधन लागे फल सरसंग। अनेकां विधियां नाल उत्थे फल लगे सी, तां इन्ने रसां नाल भरे सी। कवि जी बयान करते भी वो इन्ने लाल रंग के पक्के हुए फल सन सारे। शाखा भार भूम सो परसंग। ते जदों फल पक जाते हैं फिर वो जिहड़ियां शाखावां सी रुखां दियां वो जमीन नूं लगण दियां सी। उस तो फिर जिन्हें भी कुछ खाना हुंदा उहनूं सुखैन वो फल प्राप्त हो जाता सी। तो कहते हैं इस प्रकार जिहड़े फल सी वो तो जमीन नूं लग रहे सी, इन्ने ज़्यादा फल सन। मनुह अथित जो आवत पासा। मान लो कह लगे जिवें कोई उत्थे अतिथि आउंदा है, लोड़वंद आउंदा है, मान लो भी उन्हां दे वास्ते ही देने हेत झुके फल रासा। जिवें कि मान लो पहलां ही तैयार है भी इत्थे गुरु नानक साहिब जी ने आउणा है, तो मान लो पहलां ही वो सत्कार वजों झुके हुए है। मान लो तो पहलां ही ये चाहुंदे आ रुख भी सतगुरु साडे फल खाण ते साडी कल्याण करन। ते इस प्रकार कहंदे आ वो फल इदां झुके सी, मान लो कि पहलां ही वो उन्हां नूं पता लग गया सी भी सतगुरु आउण लगे आ। सतगुरां दीयां तरंगां वो समय नूं प्रभावित कर दिंदियां ने, जिधर जाण उत्थे आभा मंडल दा प्रभाव पैंदा है। तो कहंदे वो रुख भी इस तरह बड़े ही झुके सन महाराज नूं देख के। बिन ही शर्म ले तोर सुखारे। इन्ने नीवें सी फल भी बिना ही किसी थकावट तो कोई बच्चा भी तोड़ के खा सकता सी। सो इन्ने उच्चे नहीं सन फल, बड़े नीवें सी, कोई भी तोड़ के खा सकदा। खावे साध शुदा निर्वारे। ਜਿਹੜਾ भी कोई खांदा ਉਹਦੀ ਭੁੱਖ मिट जाती। सो इन्ने वो सुहावने फल लगे सन उस बाग अंदर। दोहरा उपकारी जो पुरख है सिखिया तिह जन देत। कह लगे वो फल इन्ने सुंदर सी। सो मान लो ये तो इंज लगता सी भी वो रुख सानू समझा रहे ने, मनुख नूं समझा रहे ने। की समझाउंदे ओह रुख? सिक्ख्या तिह जन देत। मनुख नूं सिक्ख्या किहड़ी दिंदे आ? कर उपकार सो निभ चलो दीन दुनिया सुख हेत। भी तू चंगे कर्म करके शुभ कर्म करके कदे वास्ते जनावी ना, आकड़ी ना, सगों निवाण हो जाई, निमरता विच आ जाई। जे दुनिया विच तू सुख लैना है ना तो चंगे कर्म करके जनावी ना, सगों आप दे चंगे कर्मां नूं छुपा लई। भुल नहीं कि मैं कोई चंगा काम किया है जे सुखी होना है। जे दुखी होना है तो फिर जनाई जा हंकार, तो हंकार नूं कदे भी चोट पै सकती है। तो सतगुरु जी इस प्रकार जदों उत्थे गए
ਤਾਂ ਉਹ ਉੱਥੇ ਫਿਰ ਫਲ ਜਿਵੇਂ ਮਰਦਾਨਾ ਜੀ ਨੂੰ ਮਹਾਰਾਜ ਨੇ ਖਵਾਏ, ਉਹ ਵਾਰਤਾ ਸੁਣੋ ਚਉਪਈ। ਸੀਤਲ ਬਿਮਲੰ ਦੌਰਾ ਨੀਰੰ, ਇਸ ਤਰ੍ਹਾਂ ਕਹਿੰਦੇ ਹੈ। ਪਾਣੀ ਵੀ ਨੇੜੇ ਵਗਦਾ ਸੀ, ਉਹ ਨਦੀ ਵਹਿੰਦੀ ਸੀ ਪਹਾੜਾਂ ਦੇ ਹੇਠ, ਅਤੇ ਠੰਡੀ ਠੰਡੀ ਵਾਹ ਵਗਦੀ ਸੀ ਉੱਥੇ। ਪਹਾੜੀ ਇਲਾਕੇ ਵੈਸੇ ਠੰਡੇ ਹੁੰਦੇ ਹੈ, ਉੱਥੇ ਟੈਂਪਰੇਚਰ ਜਿਹੜਾ ਹੈ ਇਸ ਨਾਲੋਂ ਘੱਟ ਹੁੰਦਾ ਹੈ। ਤਾਂ ਕਹਿੰਦੇ ਉੱਥੇ ਤਾਂ ਬਹੁਤ ਹੀ ਸੁਹਾਵਣੀ ਵਾਹ ਵਗਦੀ ਸੀ। ਮਾਰਗ ਸ਼ਰਮ ਕੀ ਖੋਵਤ ਪੀਰੰ, ਮੰਨ ਲਓ ਵੀ ਜਿਵੇਂ ਕਹਿੰਦੇ ਹੈ ਵੀ ਸਾਡੀ ਥਕਾਉਣ ਲਾਉਣ ਵਾਸਤੇ ਉਹ ਹਵਾ ਵਗਦੀ ਹੈ ਵੀ ਸਾਡੀ ਜਿਹੜੀ ਸਾਰੀ ਥਕਾਵਟ ਉਤਰ ਜਾਏ। ਇਸ ਤਰ੍ਹਾਂ ਉੱਥੇ ਇਹੋ ਜਿਹਾ ਸੁਹਾਵਣਾ ਮੌਸਮ ਬਣਿਆ ਸੀ। ਸਗਨ ਸੁਹਾਵਨ ਛਾਇਆ ਜਹਵਾ, ਬੜੀ ਗਹਿਰੀ ਬੜੀ ਉੱਥੇ ਸੰਘਣੀ ਛਾਂ ਸੀ ਰੁੱਖਾਂ ਦੀ। ਵੈਸੇ ਸ਼੍ਰੀ ਨਾਨਕ ਪਿਖ ਤਹਿਵਾ, ਉੱਥੇ ਫਿਰ ਸਤਿਗੁਰੂ ਦੀਨ ਦੁਨੀਆ ਦੇ ਵਾਲੀ ਇੱਕ ਸੰਘਣੇ ਜਿਹੇ ਰੁੱਖ ਹੇਠਾਂ ਬਹਿ ਗਏ। ਅਤੇ ਜਿਵੇਂ ਫਿਰ ਅੱਗੇ ਉੱਥੇ ਰਿਸ਼ੀ ਮੁਨੀ ਮਹਾਰਾਜ ਨੂੰ ਜਾਣ ਕੇ ਉੱਥੇ ਆਉਣਗੇ ਅਤੇ ਪਰਸਪਰ ਸਤਿਗੁਰਾਂ ਦੇ ਪ੍ਰਤੀ ਬੰਦਨਾ ਕਰਨਗੇ। ਉਹ ਸਾਰੀ ਵਾਰਤਾ ਆਪਾਂ ਅਗਲੇ ਦੀਵਾਨਾਂ ਅੰਦਰ ਸੁਣਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਸੋ ਸਾਧ ਸੰਗਤ ਜੀ ਵੱਧ ਚੜ੍ਹ ਕੇ ਸੋ ਮਹਾਰਾਜ ਦੇ ਇਤਿਹਾਸ ਨੂੰ ਸ਼ਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਪਰ ਆਪ ਸਾਧ ਸੰਗਤ ਗੁਰੂ ਰੂਪ ਹੋ, ਬਖਸ਼ਣਹਾਰੀ ਹੋ, ਬਖਸ਼ ਲੈਣਾ ਜੀ। ਸੋ 4:30 ਵਜੇ ਕਥਾ ਆਰੰਭ ਹੁੰਦੀ ਹੈ ਔਰ 5:15 ਸਮਾਪਤੀ ਹੁੰਦੀ ਹੈ। ਸਮੇਂ ਦਾ ਥੋੜ੍ਹਾ ਵਾਧਾ ਘਾਟਾ ਹੋ ਜਾਣਾ ਸੁਭਾਵਿਕ ਹੈ, ਪਰ ਆਪ ਜੀ ਨੇ ਕਿਰਪਾ ਕਰਨੀ ਰੋਜ਼ਾਨਾ ਹੀ 4:30 ਦੇ ਕਰੀਬਨ ਦਰਸ਼ਨ ਦੇ ਕੇ ਨਿਹਾਲ ਕਰਿਆ ਕਰੋ। ਸੋ ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਸਮਾਪਤੀ ਵਿੱਚ ਸਾਂਝ ਪਾਈਏ। ਸਗਨ ਸੁਹਾਵਨ ਛਾਇਆ ਜਹਵਾ, ਵੈਸੇ ਸ਼੍ਰੀ ਨਾਨਕ ਪਿਖ ਤਹਿਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।